ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਡੇਰਾ ਅੰਗੀਠਾ ਧੰਨ ਧੰਨ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਦਾ ਇਹ ਬਹੁਤ ਹੀ ਲਾਸਾਨੀ ਗੁਰਦੁਆਰਾ ਸਾਹਿਬ, ਜਿੱਥੇ ਸੰਗਤਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਤੇ ਸੱਚੇ ਸੁੱਚੇ ਮਾਰਗ ਉੱਤੇ ਚੱਲਣ ਲਈ ਜਿਹੜੇ ਸਾਧੂ ਸੰਤ ਪੂਰਨ ਬ੍ਰਹਮ ਗਿਆਨੀ ਮਹਾਂਪੁਰਸ਼ ਹਨ ਉਹ ਸੰਗਤਾਂ ਨੂੰ ਪ੍ਰੇਰਦੇ ਹਨ। ਸੋ ਇਹਨਾਂ ਮਹਾਂਪੁਰਸ਼ਾਂ ਦੇ ਜਿਹੜੇ ਸਥਾਨ ਹਨ ਉਹਨਾਂ ਦੇ ਦਰਸ਼ਨ ਕਰਕੇ ਧੰਨ ਧੰਨ ਸੰਗਤਾਂ ਹੋ ਜਾਂਦੀਆਂ ਹਨ। ਜਦੋਂ ਅਸੀਂ ਗੜ੍ਹ ਸ਼ੰਕਰ ਤੋਂ ਹੁਸ਼ਿਆਰਪੁਰ ਵੱਲ ਜਾਂਦੇ ਹਾਂ ਤਾਂ ਰਾਸਤੇ ਦੇ ਵਿੱਚ ਸੱਜੇ ਪਾਸੇ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਉਹ ਸੁਸ਼ੋਭਿਤ ਹੈ। ਜਿਹੜੀ ਮੇਨ ਰੋਡ GT ਰੋਡ ਹੈ ਉਸ ਤੋਂ ਥੋੜ੍ਹਾ ਜਿਹਾ ਹਟ ਕੇ ਲਿੰਕ ਰੋਡ ਉੱਤੇ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਉਹ ਸੁਸ਼ੋਭਿਤ ਹੈ। ਲਿੰਕ ਰੋਡ ਦੇ ਉੱਤੇ ਹੀ ਨਿਰਮਲ ਕੁਟੀਆ ਡੇਰਾ ਅੰਗੀਠਾ ਧੰਨ ਧੰਨ ਬਾਬਾ ਹਰਨਾਮ ਸਿੰਘ ਜੀ ਇਹ ਜਿਹੜਾ ਬੋਰਡ ਹੈ ਉਹ ਲੱਗਾ ਹੋਇਆ ਹੈ। ਸੋ ਜਗ ਸੇਵਕ TV ਉੱਤੇ ਤੁਹਾਡਾ ਸਵਾਗਤ ਹੈ। ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦੇਣਾ ਤਾਂ ਕਿ ਆਉਣ ਵਾਲੀ ਹਰ ਅਪਡੇਟ ਤੁਹਾਨੂੰ ਮਿਲਦੀ ਰਹੇ। ਇਹ ਵੀਡੀਓ ਬਣਾਉਣ ਦਾ ਜਿਹੜਾ ਉਪਰਾਲਾ ਹੈ ਉਹ ਅਸੀਂ ਇਸ ਕਰਕੇ ਕੀਤਾ ਹੈ ਕਿ ਜਿਹੜੀਆਂ ਸੰਗਤਾਂ ਹਨ ਉਹ ਪੂਰਨ ਬ੍ਰਹਮ ਗਿਆਨੀ ਬਾਬਾ ਹਰਨਾਮ ਸਿੰਘ ਜੀ ਦੇ ਇਸ ਸਥਾਨ ਤੋਂ ਲਾਹਾ ਲੈ ਸਕਣ, ਆਪਣੇ ਸੱਚਾ ਸੁੱਚਾ ਜਿਹੜਾ ਜੀਵਨ ਹੈ ਉਹ ਗੁਜ਼ਰ ਬਸਰ ਕਰ ਸਕਣ। ਤੇ ਦੂਜੀ ਜਿਹੜੀ ਗੱਲ ਹੈ ਉਹ ਜਿਹੜੀਆਂ ਸੰਗਤਾਂ ਹਨ ਇਸ ਗੁਰਦੁਆਰਾ ਸਾਹਿਬ ਆ ਕੇ ਜਦੋਂ ਸੁਖਣਾ ਸੁਖਦੇ ਹਨ ਕਿ ਹੇ ਬਾਬਾ ਜੀ ਸਾਡੀ ਮਨੋਕਾਮਨਾ ਹੈ ਉਹ ਵਿਦੇਸ਼ ਜਾਣ ਦੀ ਹੈ, ਤਾਂ ਮਹਾਰਾਜ ਉਹਨਾਂ ਦੀਆਂ ਮਨੋਕਾਮਨਾਵਾਂ ਪੂਰਨ ਕਰ ਦਿੰਦੇ ਹਨ। ਤੇ ਉਸ ਖੁਸ਼ੀ ਵਿੱਚ ਜਿਹੜੀਆਂ ਸੰਗਤਾਂ ਹਨ ਉਹ ਇੱਥੇ ਗੁਰਦੁਆਰਾ ਸਾਹਿਬ ਆ ਕੇ ਖਿਡੌਣੇ ਦੇ ਰੂਪ ਦੇ ਵਿੱਚ ਜਿਹੜੇ ਜਹਾਜ਼ ਹਨ ਉਹ ਚੜ੍ਹਾ ਕੇ ਜਾਂਦੇ ਹਨ ਤੇ ਖੁਸ਼ੀਆਂ ਮਾਣਦੇ ਹਨ। ਦਰਸ਼ਨੀ ਡਿਊਟੀ ਜਿਹੜੀ ਉਹ ਕਿ ਗੁਰਦੁਆਰਾ ਸਾਹਿਬ ਦੇ ਮੁੱਖ ਦੁਆਰ ਦੇ ਰੂਪ ਦੇ ਵਿੱਚ ਜਿਹੜੀ ਸੁਸ਼ੋਭਿਤ ਹੈ ਉਹ ਬਹੁਤ ਹੀ ਦੇਖਣ ਦੇ ਯੋਗ ਹੈ। ਬਾਬਾ ਬਲਵੀਰ ਸਿੰਘ ਜੀ ਜਿਹੜੇ ਇੱਥੇ ਮੁੱਖ ਸੇਵਾਦਾਰ ਹਨ ਉਹ ਵਨਸਪਤੀ ਦੇ ਨਾਲ ਵੀ ਬਹੁਤ ਉਹਨਾਂ ਦਾ ਲਗਾਵ ਹੈ। ਸੋ ਗੁਰਦੁਆਰਾ ਸਾਹਿਬ ਦਾ ਜਿਹੜਾ ਚੌਗਿਰਦਾ ਹੈ ਉਸ ਦੇ ਵਿੱਚ ਬਹੁਤ ਹੀ ਵੰਨ ਸਵੰਨੇ ਹਰੇ ਭਰੇ ਬੂਟੇ ਲਾ ਕੇ ਤਾਂ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੀ ਸ਼ੇਪ ਦੇ ਕੇ ਮਹਾਰਾਜ ਬਾਬਾ ਬਲਵੀਰ ਸਿੰਘ ਨੇ ਇਹ ਸਾਬਿਤ ਕੀਤਾ ਹੋਇਆ ਹੈ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਇਹ ਜਿਹੜਾ ਗੁਰੂ ਮਹਾਰਾਜ ਦਾ ਉਪਦੇਸ਼ ਹੈ ਉਸ ਦੀ ਮਰਿਆਦਾ ਵਿੱਚ ਸਾਨੂੰ ਜ਼ਰੂਰ ਆਉਣਾ ਚਾਹੀਦਾ ਹੈ। ਸੋ ਅੱਗੇ ਜਿਹੜਾ ਮੁੱਖ ਦੁਆਰ ਹੈ ਉਹਦੇ ਉੱਤੇ 3 ਜਿਹੜੇ ਨਿਸ਼ਾਨ ਸਾਹਿਬ ਹਨ ਉਹ ਝੂਲਦੇ ਹਨ। ਸੋ ਜਿਹੜਾ ਗੇਟ ਹੈ ਮੁੱਖ ਦੁਆਰ ਹੈ ਉਹਦੇ ਉੱਤੇ ਬੜਾ ਬਾਖੂਬੀ ਸਲੋਕ ਮਹਾਰਾਜ ਨੇ ਲਿਖਿਆ ਹੋਇਆ ਹੈ, ਕਿਉਂਕਿ ਨਿਰਮਲੇ ਸੰਤਾਂ ਦੀ ਜਿਹੜੀ ਸੰਪਰਦਾ ਹੈ ਉਸ ਦੀ ਇਹ ਕੁਟੀਆ ਦੇ ਤਹਿਤ ਇਸ ਨੂੰ ਜਾਣਿਆ ਜਾਂਦਾ ਹੈ। ਸੋ ਮੁੱਖ ਸੇਵਾਦਾਰ ਬਾਬਾ ਬਲਵੀਰ ਸਿੰਘ ਜੀ ਮਹਾਰਾਜ ਨੇ ਇਸ ਲਾਸਾਨੀ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਜਿਹੜੀ ਸੇਵਾ ਉਹ ਕੀਤੀ ਹੈ। ਸੋ ਬਹੁਤ ਹੀ ਦੇਖਣ ਯੋਗ ਇਹ ਗੁਰਦੁਆਰਾ ਸਾਹਿਬ ਹੈ। ਸੋ ਜਿਉਂ-ਜਿਉਂ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਜਾਂਦੇ ਹਾਂ ਤਾਂ ਸਾਡੀ ਜਿਹੜੀ ਆਤਮਿਕ ਸ਼ਾਂਤੀ ਹੈ ਉਹ ਬਹੁਤ ਹੀ ਪ੍ਰਬਲ ਹੋ ਜਾਂਦੀ ਹੈ, ਕਿਉਂਕਿ ਅੰਦਰ ਦਾ ਦ੍ਰਿਸ਼ ਬੜਾ ਮਨਮੋਹਣਾ ਹੈ। ਸੋ ਇਹ ਜਿਹੜਾ ਬੋਰਡ ਹੈ ਇਹਦੇ ਉੱਤੇ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਜਿਆਣ ਵਾਲਿਆਂ ਦਾ ਜਿਹੜਾ ਜੀਵਨ ਹੈ ਉਸ ਦਾ ਪੂਰਾ ਇਤਿਹਾਸ ਇਹਦੇ ਉੱਤੇ ਲਿਖਿਆ ਹੋਇਆ ਹੈ ਤੇ ਕੁਝ ਜ਼ਰੂਰੀ ਸੂਚਨਾਵਾਂ ਦਾ ਜਿਹੜਾ ਬੋਰਡ ਹੈ ਉਹ ਵੀ ਇੱਥੇ ਉਹਨਾਂ ਨੇ ਲਾਇਆ ਹੋਇਆ ਹੈ ਤਾਂ ਕਿ ਮਰਿਆਦਾ ਦਾ ਪਾਲਨ ਕੀਤਾ ਜਾਵੇ। ਪਾਰਕਾਂ ਦੇ ਵਿੱਚ ਜਿਵੇਂ ਜਾਨਵਰ ਹਿਰਨ ਤੇ ਮੋਰ ਉਹ ਸੁਸ਼ੋਭਿਤ ਹਨ, ਬਿਲਕੁਲ ਜਿਵੇਂ ਹੁਣ ਹੀ ਇੱਥੋਂ ਉੱਡ ਜਾਣਗੇ ਇਸ ਤਰ੍ਹਾਂ ਉਹ ਨਜ਼ਰ ਪੈਂਦੇ ਹਨ। ਸੋ ਜਿਹੜਾ ਮੋਰ ਪੰਛੀ ਹੈ ਇਸ ਨੂੰ ਬਹੁਤ ਹੀ ਸੁੱਚਾ ਮੰਨਿਆ ਜਾਂਦਾ ਹੈ। ਇਸ ਦੇ ਪੰਖਾਂ ਦੀ ਜਿਹੜੀ ਚੌਰ ਸਾਹਿਬ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਹਾਜ਼ਰੀ ਦੇ ਵਿੱਚ ਉਹ ਭੇਟਾ ਕੀਤੀ ਜਾਂਦੀ ਹੈ। ਸੋ ਜਿਹੜਾ ਗੁਰਦੁਆਰਾ ਸਾਹਿਬ ਦਾ ਮੁੱਖ
द्वार है जिथों गुरुद्वारा साहब जिथे महाराज सुशोभित हैं ਉਹਦੇ द्वार ਦੇ ਉੱਤੇ ਇਹ शेर घोड़ा ਤੇ ਇੱਕ ਸਿੰਘ ਬੁੱਤ ਦੇ ਰੂਪ ਦੇ ਵਿੱਚ ਇੱਥੇ ਪਹਿਰਾ ਦੇ ਰਹੇ ਹਨ। ਇਹ ਜਿਹੜੇ ਇਹ ਬੁੱਤ ਹਨ ਇੰਜ ਜਾਪਦੇ ਹਨ ਜਿਵੇਂ ਵਾਕਈ ਹਾਜ਼ਰ ਨਾਜ਼ਰ ਹੋ ਕੇ ਇਹ ਸਿੰਘ ਤੇ ਸ਼ੇਰ ਤੇ ਘੋੜਾ ਇੱਥੇ ਇਹ ਪਹਿਰਾ ਦੇ ਰਹੇ ਹੋਣ। ਸੋ ਅੰਦਰ ਵੱਲ ਜਦੋਂ ਅਸੀਂ ਵੱਧਦੇ ਹਾਂ ਤਾਂ ਜਿਹੜੀ ਬਿਲਡਿੰਗ ਹੈ ਉਹ ਇੰਨੀ ਕੁ ਅੰਦਰੋਂ ਖੂਬਸੂਰਤ ਤੇ ਮਨਮੋਹਕ ਹੈ ਤੇ ਇਹ ਸ਼ੀਸ਼ੇ ਦੀ ਜਿਹੜੀ ਮੀਨਾਕਾਰੀ ਅੰਦਰ ਕੀਤੀ ਹੋਈ ਆ ਉਹ ਬਹੁਤ ਹੀ ਵੇਖਣਯੋਗ ਹੈ। ਥਾਂ ਥਾਂ 'ਤੇ ਧੰਨ ਧੰਨ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਲਿਖਿਆ ਹੋਇਆ ਹੈ। ਸੋ ਸੰਗਤਾਂ ਵੀ ਨਾਲ ਦੀ ਨਾਲ ਪੜ੍ਹ ਕੇ ਧੰਨ ਧੰਨ ਬਾਬਾ ਹਰਨਾਮ ਸਿੰਘ ਜੀ, ਧੰਨ ਧੰਨ ਬਾਬਾ ਹਰਨਾਮ ਸਿੰਘ ਜੀ ਉਹ ਜਪਦੀਆਂ ਹਨ। ਬਾਬਾ ਹਰਨਾਮ ਸਿੰਘ ਜੀ ਨੇ ਇਹ ਮਿਲਟਰੀ ਦੇ ਵਿੱਚ ਵੀ ਸੇਵਾ ਕੀਤੀ ਅਤੇ ਉੱਥੇ ਸਮਾਧੀਵਤ ਹੋ ਕੇ ਜਿਹੜਾ ਉਸ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜਿਹੜੀ ਆਪਣਾ ਬ੍ਰਹਮ ਗਿਆਨਤਾ ਹਾਸਿਲ ਕੀਤੀ। ਉਸ ਤੋਂ ਬਾਅਦ ਦੇ ਵਿੱਚ ਇੱਥੇ ਪਿੰਡ ਜਿਆਣ ਆ ਕੇ ਉਹਨਾਂ ਨੇ ਇਸ ਜਿਹੜੀ ਸਥਾਨ ਹੈ ਉਸ ਨੂੰ ਪ੍ਰਗਟ ਕੀਤਾ। ਸੋ ਅੱਜ ਇੱਥੇ ਗੁਰਦੁਆਰਾ ਸਾਹਿਬ ਸੇ ਸੁਸ਼ੋਭਿਤ ਹਨ। ਦੂਰੋਂ ਨੇੜਿਓਂ ਸੰਗਤਾਂ ਆ ਕੇ ਇੱਥੇ ਦਰਸ਼ਨ ਕਰਦੀਆਂ ਹਨ ਅਤੇ ਆਪਣੀਆਂ ਮਨੋਕਾਮਨਾਵਾਂ ਨੂੰ ਉਹ ਪੂਰਨ ਕਰਦੀਆਂ ਹਨ। ਸੋ ਅੰਦਰ ਤੁਸੀਂ ਦੇਖ ਸਕਦੇ ਹੋ ਅਤੇ ਬੜੀ ਉੱਚੀ ਜਗ੍ਹਾ 'ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪ੍ਰਕਾਸ਼ਮਾਨ ਕੀਤਾ ਹੋਇਆ ਹੈ। ਸੋ ਇਹ ਮਾਇਆ ਵਾਲੀ ਗੋਲਕ ਹੈ ਜਿੱਥੇ ਤਿਲ ਫੁੱਲ ਪਾ ਕੇ ਸੰਗਤਾਂ ਨਤਮਸਤਕ ਹੁੰਦੀਆਂ ਹਨ। ਆਹ ਤੁਸੀਂ ਦੇਖ ਰਹੇ ਹੋ ਜੋ ਕਿ ਜ਼ਿਕਰਯੋਗ ਗੱਲ ਹੈ, ਖਿਡੌਣਿਆਂ ਦੇ ਰੂਪ ਦੇ ਉੱਤੇ ਸੰਗਤਾਂ ਨੇ ਇਹ ਜਹਾਜ਼ ਜਿਹੜੇ ਆ ਉਹ ਚੜ੍ਹਾਏ ਹੋਏ ਹਨ। ਇੱਥੇ ਆ ਕੇ ਸੰਗਤਾਂ ਜਿਹੜੀ ਵੀ ਸੰਗਤ ਸੱਚੇ ਦਿਲੋਂ ਸ਼ਰਧਾਵਤ ਹੋ ਕੇ ਸੁੱਖਦੀ ਹੈ ਕਿ ਹੇ ਮਹਾਰਾਜ ਮੈਂ ਵਿਦੇਸ਼ ਦੇ ਵਿੱਚ ਚਲਾ ਜਾਵਾਂ ਅਤੇ ਉੱਥੇ ਜਾ ਕੇ ਆਪਣੀ ਰੋਜੀ ਰੋਟੀ ਕਮਾਵਾਂ। ਸੋ ਮਹਾਰਾਜ ਉਹਨਾਂ ਦੀ ਜਿਹੜੀ ਕਾਮਨਾ ਹੈ ਉਹ ਅਵੱਸ਼ ਪੂਰਨ ਕਰਦੇ ਹਨ। ਲੱਖਾਂ ਹੀ ਸੰਗਤਾਂ ਇੱਥੇ ਸੁੱਖਾਂ ਸੁੱਖ ਕੇ ਵਿਦੇਸ਼ਾਂ ਦੇ ਵਿੱਚ ਕੈਨੇਡਾ, ਅਮਰੀਕਾ, USA ਅਤੇ UK ਦੇ ਵਿੱਚ ਇਹ ਗਈਆਂ ਹੋਈਆਂ ਹਨ ਜੋ ਆਪਣੀ ਜਿਹੜਾ ਦਸੌਂਧ ਹੈ ਇੱਥੇ ਇਹ ਗੁਰੂ ਘਰ ਹੁਣ ਵੀ ਭੇਜਦੀਆਂ ਹਨ। ਸੋ ਹੋਰ ਵੀ ਸੰਗਤਾਂ ਜਿਹੜੀਆਂ ਹਨ ਉਹ ਗੁਰੂ ਮਹਾਰਾਜ ਦੇ ਇੱਥੇ ਆ ਕੇ ਆਪਣੀ ਸੁਖਣਾ ਸੁੱਖ ਸਕਦੇ ਹਨ ਅਤੇ ਲਾਹਾ ਲੈ ਸਕਦੇ ਹਨ। ਇਹ ਨਗਾਰਾ ਗੁਰੂ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਹੈ। ਇੱਕ ਸਿੰਘ ਜਿਹੜਾ ਹੈ ਉਹ ਨਗਾਰਾ ਵਜਾ ਕੇ ਦਿਖਾਉਂਦੇ ਹੋਏ ਅਤੇ ਮਹਾਰਾਜ ਦੇ ਇੱਕ ਪਾਸੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਇੱਥੋਂ ਕੁਝ ਬਰਤਨ ਹਨ ਉਹ ਇੱਥੇ ਦਰਸ਼ਨ ਅਸੀਂ ਉਹਨਾਂ ਦੇ ਕਰ ਸਕਦੇ ਹਾਂ ਜੋ ਖੁਦਾਈ ਦੇ ਵਿੱਚ ਵੀ ਨਿਕਲੇ। ਅਤੇ ਇੱਥੇ ਬਹੁਤ ਸਾਰੇ ਸ਼ਸਤਰ ਵੀ ਪਏ ਹਨ ਜਿਵੇਂ ਕਿ ਤੀਰ ਹਨ ਕੁਝ ਅਤੇ ਤੀਰ ਕਮਾਨ ਹੈ ਅਤੇ ਕੁਝ ਸ਼ਸਤਰ ਵਜੋਂ ਜਿਵੇਂ ਹੋਰ ਗਡਾਸੀ ਆਦਿ ਵੀ ਇੱਥੇ ਪਏ ਹਨ। ਇਹ ਬਾਬਾ ਹਰਨਾਮ ਸਿੰਘ ਜੀ ਦਾ ਸਰੂਪ ਇੱਕ ਤਰ੍ਹਾਂ ਨਾਲ ਸਮਾਧੀਵਤ ਹੋ ਕੇ ਮਹਾਰਾਜ ਚੌਂਕੜਾ ਲਾ ਕੇ ਉਸ ਅਕਾਲ ਪੁਰਖ ਨੂੰ ਧਿਆ ਰਹੇ ਹਨ। ਸੋ ਅੱਗੇ ਜਦੋਂ ਅਸੀਂ ਵੱਧਦੇ ਹਾਂ ਤਾਂ ਭੋਰਾ ਸਾਹਿਬ ਨਜ਼ਰੀ ਪੈਂਦਾ ਹੈ। ਹੁਣ ਦਰਸ਼ਨ ਕਰਦੇ ਹਾਂ ਭੋਰਾ ਸਾਹਿਬ। ਕੁਛ ਪੌੜੀਆਂ ਥੱਲੇ ਵੱਲ ਉਤਰ ਕੇ ਭੋਰਾ ਸਾਹਿਬ ਸੁਭਾਇਮਾਨ ਹੈ। ਸੋ ਜਿੱਥੇ ਮਹਾਰਾਜ ਨੇ ਬੈਠ ਕੇ ਤਪ ਕੀਤਾ ਅਤੇ ਖੁਦਾਈ ਦੇ ਕਰਦਿਆਂ ਇੱਥੋਂ ਕੁਝ ਮਹਾਰਾਜ ਦੇ ਜਿਹੜੇ ਚਿੰਨ੍ਹ ਆ ਉਹਨਾਂ ਨੇ ਉਹ ਪ੍ਰਗਟ ਕੀਤੇ। ਸੋ ਉੱਤੇ ਭੋਰਾ ਸਾਹਿਬ ਤੋਂ ਫਿਰ ਜਦੋਂ ਉੱਤੇ ਵੱਲ ਅਸੀਂ ਆਉਂਦੇ ਹਾਂ ਤਾਂ ਗੁਰਦੁਆਰਾ ਸਾਹਿਬ ਦੀ ਜਿਹੜੀ ਬਿਲਡਿੰਗ ਹੈ ਉਹ ਬਹੁਤ ਹੀ ਵੱਡੀ ਅਤੇ ਬਹੁਤ ਹੀ ਜ਼ਿਆਦਾ ਖੁੱਲ੍ਹੀ ਡੁੱਲੀ ਜਿਹੜੀ ਬਿਲਡਿੰਗ ਹੈ ਸੋ ਉਹ ਨਜ਼ਰ ਪੈਂਦੀ ਆ। ਗੁਰੂ ਸਿੰਘ ਜੀ ਦਾ ਇਹ ਡੇਰਾ ਜੀ। ਹਾਂਜੀ। ਅਤੇ ਇਹ ਜਿਹੜੇ ਇੱਥੇ ਹਥਿਆਰ ਪਏ ਆ ਜੀ ਇਹਦੇ ਬਾਰੇ ਕੁਝ ਦੱਸੋ ਜੀ। ਇਹ ਬਾਬਾ ਹਰਨਾਮ ਸਿੰਘ ਜੀ ਉਹਨਾਂ ਦੇ ਮਹਾਰਾਜ ਦੇ ਹਥਿਆਰ ਆ ਜੀ ਇਹ। ਅੱਛਾ ਜੀ। ਜੋ ਵੀ ਹੈ ਨਾ ਸ਼ਾਸਤਰ ਸਾਰੇ ਇਹ ਮਹਾਰਾਜ ਦੇ ਹੀ ਸੀ। ਅੱਛਾ ਜੀ। ਇਹਨੇ ਫਿਰ ਜੈਤੋ ਦਾ ਮੋਰਚਾ ਜਿਹੜਾ ਸੀਗਾ ਪ੍ਰਸ਼ਾਦਾ ਤਾਂ ਛਕਿਆ ਕਿਲਾ ਕਰਕੇ ਵੀ ਪ੍ਰਸ਼ਾਦਾ ਛਕਿਆ ਨਹੀਂ ਬਾਅਦ ਚ। ਅੱਛਾ ਜੈਤੋ ਦਾ ਮੋਰਚਾ ਜਿੱਤ ਕੇ। ਜੈਤੋ ਦਾ ਮੋਰਚਾ ਜਿੱਤ ਕੇ ਫਿਰ ਪ੍ਰਸ਼ਾਦਾ ਛਕਿਆ। ਉੱਥੇ ਬੇਅਦਬੀ ਹੋ ਗਈ ਸੀ ਗੁਰੂ ਗ੍ਰੰਥ ਸਾਹਿਬ। ਹਾਂਜੀ 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 ਹਾਂਜੀ।
ਹਾਂਜੀ ਹਾਂਜੀ। ਤੇ ਇੱਥੇ ਇੱਕ ਹੋਰ ਰਵਾਇਤ ਆ ਜੀ ਵੀ ਆ ਜਿਹੜੇ ਜਹਾਜ਼ ਚੜਾ ਕੇ ਜਾਂਦੇ ਆ ਬੱਚੇ, ਜਿਨ੍ਹਾਂ ਦੀ ਮਨੋਕਾਮਨਾ ਹੁੰਦੀ ਹੈ ਕਿ ਅਸੀਂ ਬਾਹਰ ਚਲ ਜਾਈਏ, ਹਾਂਜੀ ਹਾਂਜੀ, ਉਹ ਸੁੱਖ ਲੈਂਦੇ ਆ ਕਿ ਅਸੀਂ ਇੱਥੇ ਜਹਾਜ਼ ਚੜਾ ਕੇ ਜਾਈਏ ਜੀ। ਹਾਂਜੀ, ਇਹ ਜਿਹੜੇ ਜਹਾਜ਼ ਚੜਾਉਂਦੇ ਨਾ, ਹਾਂਜੀ, ਇਹ ਫਿਰ ਸੁਖਣਾ ਸੁਖਦੇ ਆ। ਹਾਂਜੀ, ਤੇ ਬਾਬਾ ਜੀ ਅਸੀਂ ਵੀ ਬਾਹਰ ਚੱਲ ਜਾਈਏ ਵੀ ਸਾਡਾ ਕੰਮ ਬਾਹਰਲਾ ਬਣ ਜਾਵੇ। ਉਹ ਫਿਰ ਜਹਾਜ਼ ਚੜਾ ਕੇ ਜਾਂਦੇ ਤਾਂ ਜਿਹੜੇ ਬਾਹਰ ਕੰਮ ਬਣ ਜਾਂਦਾ ਉਹਨਾਂ ਦਾ, ਤੇ ਬਾਹਰ ਚਲ ਜਾਂਦੇ ਜੀ। ਉਹ ਬਹੁਤ ਏਦਾਂ ਸਾਰੇ ਬਾਹਰ ਜਾਂਦੇ ਆ ਜੀ, ਬਹੁਤ ਕਿਰਪਾ ਇਹਨਾਂ ਦੀ। ਹਾਂਜੀ ਹਾਂਜੀ। ਦੀਵਾਰ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਇਹ ਜਿਹੜੀ ਅਦੁੱਤੀ ਤਸਵੀਰ ਹੈ, ਮਹਾਰਾਜ ਦਾ ਸਰੂਪ ਹੈ, ਕਿਵੇਂ ਝਿਲਮਿਲ ਕਰਦਾ ਹੈ। ਸੋ ਇਹ ਜਿਹੜੀ ਕਲਾਕਾਰੀ ਹੈ ਉਹ ਬਹੁਤ ਹੀ ਬਾਖੂਬੀ ਹੈ। ਸੋ ਜਦੋਂ ਅਸੀਂ ਬਾਹਰ ਵੱਲ ਆਉਂਦੇ ਹਾਂ ਤੇ ਇਸ ਪਾਸੇ ਧੰਨ ਧੰਨ ਬਾਬਾ ਹਰਨਾਮ ਸਿੰਘ ਜੀ ਦਾ ਜਿਹੜਾ ਅੰਗੀਠਾ ਹੈ ਉਹਦੇ ਵੱਲ ਜਦੋਂ ਅਸੀਂ ਚਾਲੇ ਪਾਉਂਦੇ ਹਾਂ ਤਾਂ ਸਾਨੂੰ ਨਜ਼ਰ ਪੈਂਦਾ ਹੈ। ਇੱਥੇ ਇੱਕ ਘੜਿਆਲ ਵੀ ਜਿਹੜੀ ਕਿ ਟੰਗੀ ਹੋਈ ਆ, ਸੋ ਉਹਦਾ ਵੀ ਇੱਕ ਇਤਿਹਾਸ ਹੈ। ਸੋ ਜਦੋਂ ਉਸ ਤੋਂ ਅੱਗੇ ਅਸੀਂ ਚੱਲਦੇ ਹਾਂ ਤਾਂ ਅੰਗੀਠਾ ਸਾਹਿਬ ਦੇ ਨਜ਼ਦੀਕ ਪਹੁੰਚਦੇ ਹਾਂ। ਸੋ ਇਸ ਪਾਸੇ ਜਿਹੜੇ ਕੁਝ ਬਿਲਡਿੰਗ ਹੈ ਉਹਦੀ ਉਸਾਰੀ ਹੋ ਰਹੀ ਆ। ਜਦੋਂ ਅਸੀਂ ਬਾਬਾ ਬਲਵੀਰ ਸਿੰਘ ਜੀ ਨੂੰ ਪੁੱਛਿਆ ਤੇ ਉਹਨਾਂ ਨੇ ਦੱਸਿਆ ਕਿ ਜਿਹੜੇ ਕੁਝ ਕਮਰੇ ਆ ਉਹ ਸੰਗਤ ਦੇ ਰਹਿਣ ਵਾਸਤੇ ਇੱਥੇ ਇਹ ਤਿਆਰ ਕੀਤੇ ਜਾ ਰਹੇ ਹਨ। ਸੋ ਇਹ ਤੁਸੀਂ ਦਰਸ਼ਨ ਕਰੋ ਧੰਨ ਧੰਨ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਦਾ ਇਹ ਅੰਗੀਠਾ ਹੈ। ਸੋ ਬਹੁਤ ਹੀ ਪੂਰਨ ਬ੍ਰਹਮ ਗਿਆਨੀ ਮਹਾਰਾਜ ਜਿਹੜੇ ਅਕਾਲ ਪੁਰਖ ਦੇ ਨਾਲ ਇੱਕਮਿਕ ਹੋ ਗਏ ਸਨ, ਉਹ ਅੱਜ ਵੀ ਇਸ ਸਥਾਨ ਤੇ ਹੀ ਨਹੀਂ ਹਰ ਥਾਂ ਤੇ ਹਾਜ਼ਰ ਨਾਜ਼ਰ ਹਨ। ਸਾਧੂ ਜਿਹੜਾ ਹੈ ਉਹ ਕਦੇ ਵੀ ਮਰਦਾ ਨਹੀਂ, ਉਹ ਹਰਦਮ ਹਾਜ਼ਰ ਨਾਜ਼ਰ ਰਹਿੰਦੇ ਹਨ। ਸੋ ਉਹ ਜਿਹੜੇ ਬ੍ਰਹਮ ਗਿਆਨੀ ਮਹਾਂਪੁਰਸ਼ ਹਨ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ, ਉਹ ਕਦੋਂ ਵੀ ਇਸ ਮਾਤਲੋਕ ਤੇ ਵੀ ਆ ਸਕਦੇ ਹਨ ਤੇ ਉਸ ਅਕਾਲ ਪੁਰਖ ਦੇ ਜਿਹੜੇ ਸਥਾਨ ਹਨ ਉੱਥੇ ਇਹ ਵਿਚਰਦੇ ਰਹਿੰਦੇ ਹਨ। ਸੋ ਕੁਝ ਕੁ ਇਹ ਜਿਹੜੀਆਂ ਤਸਵੀਰਾਂ ਹਨ ਉਹ ਤੁਸੀਂ ਦੇਖ ਰਹੇ ਹੋ। ਇਹ ਨਿਰਮਲੇ ਇਹ ਸਾਧੂ ਜਿਹੜੇ ਹਨ ਉਹਨਾਂ ਨੂੰ ਸੰਤਾਂ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਅੰਮ੍ਰਿਤ ਛਕਾਇਆ ਉਸ ਦਾ ਇਹ ਸਰੂਪ ਹੈ। ਤੇ ਇਹ ਜੈਤੋਂ ਦਾ ਮੋਰਚਾ, ਜਿੱਥੇ ਬਾਬਾ ਹਰਨਾਮ ਸਿੰਘ ਜੀ ਨੇ ਜੈਤੋਂ ਦੇ ਮੋਰਚੇ ਦੀ ਅਗਵਾਈ ਕੀਤੀ ਤੇ ਉੱਥੇ ਇਹ ਬੈਠ ਕੇ ਉਹਨਾਂ ਨੇ ਇਹ ਜਿਹੜੀ ਜੈਤੋਂ ਦਾ ਮੋਰਚਾ ਉਹ ਬਾਖੂਬੀ ਜਿੱਤਿਆ। ਤੇ ਦੱਸਣ ਵਿੱਚ ਇਤਿਹਾਸ ਵਿੱਚ ਜ਼ਿਕਰ ਹੈ ਕਿ ਮਹਾਰਾਜ ਨੇ ਇੱਥੇ ਬੈਠ ਕੇ ਬਹੁਤ ਲੰਮੇ ਸਮੇਂ ਅੰਨ ਜਲ ਜਿਹੜਾ ਉਹ ਗ੍ਰਹਿਣ ਨਹੀਂ ਕੀਤਾ। ਜਦੋਂ ਜੈਤੋਂ ਦਾ ਮੋਰਚਾ ਜਿੱਤਿਆ ਗਿਆ ਉਦੋਂ ਫਿਰ ਜਾ ਕੇ ਮਹਾਰਾਜ ਨੇ ਅੰਨ ਜਲ ਜਿਹੜਾ ਹੈ ਉਹ ਗ੍ਰਹਿਣ ਕੀਤਾ ਸੀ। ਸੋ ਇਹ ਬਹੁਤ ਹੀ ਖੂਬਸੂਰਤ ਜਿਹੜੀ ਅਦੁੱਤੀ ਇਹ ਮਹਾਰਾਜ ਦੇ ਸਰੂਪ ਹਨ, ਇਹ ਸੰਤਾਂ ਮਹਾਂਪੁਰਸ਼ਾਂ ਦੇ। ਇਹ ਤੁਸੀਂ ਦੇਖ ਸਕਦੇ ਹੋ ਕਿ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਤੋਂ ਲੈ ਕੇ ਬਾਬਾ ਆਇਆ ਸਿੰਘ ਜੀ, ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਤੇ ਹੋਰ ਸਾਧੂ ਸੰਤ ਮਹਾਂਪੁਰਸ਼ਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਤਸਵੀਰਾਂ ਹਨ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਸੁਸ਼ੋਭਿਤ ਹਨ। ਪੂਰਨ ਬ੍ਰਹਮ ਗਿਆਨੀ ਸਾਧੂ ਜਿਹੜੇ ਹੋਏ ਹਨ ਉਹ ਕਹਿੰਦੇ ਹਨ ਕਿ ਜਗਤ ਦੇ ਇਹ ਰਾਖੇ ਹੁੰਦੇ ਹਨ। ਇਹ ਜਿਹੜੇ ਸਾਧੂ ਹਨ ਇਹ ਕਹਿੰਦੇ 3 ਤਰ੍ਹਾਂ ਦੇ ਨਾਲ ਇਸ ਮਾਤਲੋਕ ਵਿੱਚ ਵਿਚਰਦੇ ਹਨ, ਦਾਨੇ ਰੂਪ ਦੇ ਵਿੱਚ, ਦੀਵਾਨੇ ਰੂਪ ਦੇ ਵਿੱਚ ਤੇ ਮਸਤਾਨੇ ਰੂਪ ਦੇ ਵਿੱਚ। ਦਾਨੇ ਤੋਂ ਭਾਵ ਹੈ ਕਿ ਉਹ ਇਸ ਸਮਾਜ ਦੇ ਨਾਲ ਮਿਲ ਜੁਲ ਕੇ ਜੀਵਨ ਜਾਪਨ ਕਰਦੇ ਹਨ। ਦੀਵਾਨੇ ਜਿਹੜੇ ਕੁਝ ਸਮਾਂ ਉਸ ਅਕਾਲ ਪੁਰਖ ਵੱਲ ਉਹਨਾਂ ਦਾ ਧਿਆਨ ਹੁੰਦਾ ਹੈ ਤੇ ਕੁਝ ਕੁ ਇਸ ਸਮਾਜ ਨਾਲ ਵੀ ਮੇਲ ਜੋਲ ਰੱਖਦੇ ਹਨ। ਤੇ ਜਿਹੜੇ ਮਸਤਾਨੇ ਹਨ ਉਹ ਪੂਰੀ ਤਰ੍ਹਾਂ ਇਸ ਸਰੀਰ ਤੋਂ ਕੋਈ ਉਹਨਾਂ ਦਾ ਤਾਲਮੇਲ ਨਹੀਂ ਹੁੰਦਾ ਤੇ ਅਕਾਲ ਪੁਰਖ ਦੇ ਚਰਨਾਂ ਵਿੱਚ ਹਰਦਮ ਉਹ ਲਿਵ ਲਾ ਕੇ ਲਾਈ ਰੱਖਦੇ ਹਨ। ਸੋ ਇਹ ਹਨ ਕੁਝ ਕੁ ਤਸਵੀਰਾਂ ਇਹ ਮਹਾਂਪੁਰਸ਼ਾਂ ਦੀਆਂ ਜਿਨ੍ਹਾਂ ਨੇ ਬ੍ਰਹਮ ਗਿਆਨਤਾ ਹਾਸਲ ਕੀਤੀ। ਗੁਰਬਾਣੀ ਅਤੇ ਸਿੱਖ ਰਹਿਤ ਮਰਿਆਦਾ ਅਨੁਸਾਰ ਕਰਮਾਂ ਦਾ ਫਲ, ਜੋ ਕਿ ਇੱਥੇ ਇੱਕ ਚਾਰਟ ਬਣਾਇਆ ਹੋਇਆ ਹੈ,
ਉਹ ਚਾਰਟ ਦੇ ਵਿੱਚ ਇਹ ਸਾਰਾ ਕੁਝ ਇਹ ਦਿਖਾਇਆ ਗਿਆ ਹੈ ਕਿ ਕਿਹੜੇ ਕਿਹੜੇ ਕਰਮ ਕਰਨ ਦੇ ਨਾਲ ਇਨਸਾਨ ਨੂੰ ਕਿਸ ਤਰ੍ਹਾਂ ਦੇ ਜਿਹੜੇ ਫਲ ਹਨ ਉਹ ਭੋਗਣੇ ਪੈਂਦੇ ਹਨ। ਸੋ ਬਹੁਤ ਹੀ ਇਹ ਖੂਬਸੂਰਤ ਇਹ ਚਾਰਟ ਹੈ ਕਿ ਜਦੋਂ ਕੋਈ ਬੇਈਮਾਨੀ ਕਰਦਾ ਹੈ ਤਾਂ ਉਹਨੂੰ ਕਿਸ ਤਰ੍ਹਾਂ ਦਾ ਫਲ ਭੋਗਣਾ ਪੈਂਦਾ ਹੈ, ਜੇ ਕੋਈ ਕਿਸੇ ਦਾ ਹੱਕ ਮਾਰਦਾ ਹੈ ਤਾਂ ਉਹਨੂੰ ਕਿਸ ਤਰ੍ਹਾਂ ਦਾ ਫਲ ਜਿਹੜਾ ਆ ਉਹ ਭੋਗਣਾ ਪੈਂਦਾ ਹੈ। ਸੋ ਬਹੁਤ ਹੀ ਮਰਿਆਦਾ ਰਹਿਤ ਇਹ ਜਿਹੜਾ ਇਹ ਚਾਰਟ ਹੈ ਇੱਥੇ ਬਣਾਇਆ ਹੋਇਆ ਹੈ ਕਿ ਕਿਵੇਂ ਧਰਮਰਾਜ ਦੀ ਕਚਹਿਰੀ ਦੇ ਵਿੱਚ ਜਿਹੜੇ ਉਹਨਾਂ ਨੂੰ ਫਿਰ ਤਸੀਹੇ ਦਿੱਤੇ ਜਾਂਦੇ ਹਨ। ਸੋ ਬਾਣੀ ਇਹ ਦੱਸਦੀ ਆ ਕਿ ਕਰਮ ਇਨਸਾਨ ਇਸ ਕਰਮ ਭੂਮੀ ਦੇ ਵਿੱਚ ਕਰਦਾ ਹੈ ਤੇ ਫਲ ਉਹਨੂੰ ਇੱਥੇ ਤਾਂ ਮਿਲਦਾ ਹੀ ਮਿਲਦਾ ਹੈ ਤੇ ਅੱਗੇ ਵੀ ਜਾ ਕੇ ਉਸ ਨੂੰ ਜਿਹੜੇ ਉਰੇ ਕੀਤੇ ਮਾੜੇ ਕਰਮ ਉਹਨਾਂ ਦਾ ਜਿਹੜਾ ਫਲ ਭੋਗਣਾ ਪੈਂਦਾ ਹੈ। ਸੋ ਮਹਾਂਪੁਰਸ਼ਾਂ ਦਾ ਕਹਿਣਾ ਹੈ ਕਿ ਸਦਾ ਸੰਗਤ ਨੂੰ ਗੁਰਮਰਿਆਦਾ ਦੇ ਵਿੱਚ ਰਹਿ ਕੇ ਹੀ ਕਰਮ ਕਰਨੇ ਚਾਹੀਦੇ ਹਨ। ਸੋ ਜੋ ਰਹਿਤ ਮਰਿਆਦਾ ਤੋਂ ਬਾਹਰ ਕਰਮ ਹਨ ਉਹ ਫੋਕਟ ਕਰਮ ਹਨ, ਉਹਨਾਂ ਦੇ ਜਿਹੜੇ ਵੀ ਫਲ ਹਨ ਉਹ ਬਹੁਤ ਭਿਆਨਕ ਹਨ। ਸੋ ਇੱਦਾਂ ਦਾ ਇਹ ਜਿਹੜਾ ਚਾਰਟ ਇਹਦੇ ਵਿੱਚ ਇਹ ਦਿਖਾਇਆ ਗਿਆ ਹੈ। ਤੁਸੀਂ ਜਦੋਂ ਕਦੇ ਇੱਥੇ ਗੁਰਦੁਆਰਾ ਸਾਹਿਬ ਵਿੱਚ ਜਾਵੋ ਤਾਂ ਇਸ ਚਾਰਟ ਦੇ ਵੀ ਜ਼ਰੂਰ ਦਰਸ਼ਨ ਕਰਨਾ ਕਿ ਕਿਵੇਂ ਜਿਹੜੇ ਇਹ ਧਰਮਰਾਜ ਦੇ ਦੂਤ ਹਨ ਉਹ ਕਿਵੇਂ ਇਹ ਜਿਹੜੇ ਕਰਮਾਂ ਦੇ ਫਲ ਦਾ ਜਿਹੜੇ ਤਸੀਹੇ ਉਹ ਦਿੰਦੇ ਹਨ। ਸੋ ਮੁੱਖ ਸੇਵਾਦਾਰ ਬਾਬਾ ਬਲਵੀਰ ਸਿੰਘ ਜੀ ਜਿਹੜੇ ਇੱਥੇ ਸੇਵਾ ਕਰਦੇ ਹਨ ਗੁਰਦੁਆਰਾ ਸਾਹਿਬ ਦੀ, ਉਹ ਬਹੁਤ ਹੀ ਅਦੁੱਤੀ ਸੇਵਾ ਇੱਥੇ ਉਹ ਕਰ ਰਹੇ ਹਨ, ਨਿਭਾ ਰਹੇ ਹਨ। ਸੋ ਹੁਣ ਗੱਲ ਕਰਾਂਗੇ ਉਹਨਾਂ ਦੀ ਬੇਟੀ ਜਿਹੜੇ ਕਿ ਸਾਨੂੰ ਇਤਿਹਾਸ ਦੱਸਣਗੇ। ਖਾਲਸਾ ਵਾਹਿਗੁਰੂ ਜੀ ਫਤਿਹ। ਇਹ ਸਥਾਨ ਪੂਰਨ ਬ੍ਰਹਮ ਗਿਆਨੀ ਬਾਬਾ ਹਰਨਾਮ ਸਿੰਘ ਜੀ ਦਾ ਹੈਗਾ ਜੀ, ਤੇ ਉਹਦੇ ਬਾਰੇ ਕੁਝ ਦੱਸਿਓ ਜੀ। ਉੱਚੀ ਬਾਤ। ਇਹ ਪਾਵਨ ਪਵਿੱਤਰ ਸਥਾਨ ਸ਼੍ਰੀਮਾਨ 108 ਸੰਤ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਜਾਣ ਵਾਲੇ ਇਹਨਾਂ ਦਾ ਪਵਿੱਤਰ ਪਾਵਨ ਸਥਾਨ ਗੁਰਦੁਆਰਾ ਅੰਗੀਠਾ ਸਾਹਿਬ ਅਤੇ ਮਹਾਂਪੁਰਖਾਂ ਦਾ ਤਪ ਸਥਾਨ ਹੈ ਜੀ। ਇੱਥੇ ਮਹਾਂਪੁਰਖਾਂ ਨੇ ਭਾਗ ਲਾਏ, ਬੰਦਗੀ ਕੀਤੀ, ਮਹਾਂਪੁਰਖਾਂ ਨੇ ਆਪਣਾ ਜੀਵਨ ਕਾਲ ਇੱਥੇ ਹੀ ਬਤੀਤ ਕੀਤਾ। ਮਹਾਂਪੁਰਖਾਂ ਦਾ ਜਨਮ ਪਿੰਡ ਛੋਟਾ ਨੰਗਲ ਮਾਲਪੁਰ ਦੇ ਨਜ਼ਦੀਕ ਮਾਲਪੁਰ ਤੋਂ ਜਦੋਂ ਅਸੀਂ ਮਾਲਪੁਰ ਤੋਂ ਜਨੇ ਫਗਵਾੜੇ ਵਾਲੀ ਸੜਕ ਤੇ ਵਿੱਚ ਨੂੰ ਜਾ ਕੇ ਤੇ ਛੋਟਾ ਨੰਗਲ ਮਹਾਂਪੁਰਖਾਂ ਦਾ ਜਨਮ ਹੋਇਆ। ਮਹਾਂਪੁਰਖਾਂ ਦਾ 1934 ਬਿਕਰਮੀ ਦੇ ਵਿੱਚ ਜਨਮ ਹੋਇਆ। ਪਿਤਾ ਮਾਈਦਾਸ ਜੀ ਤੇ ਮਾਤਾ ਰਾਮਦੇਵ ਜੀ ਦੇ ਗ੍ਰਹਿ ਵਿੱਚ। ਮਹਾਂਪੁਰਖਾਂ ਨੂੰ ਲਗਨ ਜਿਹੜੀ ਬਚਪਨ ਤੋਂ ਹੀ ਇਹਨਾਂ ਦੇ ਮਾਤਾ ਪਿਤਾ ਜੀ ਤੋਂ ਲੱਗੀ। ਫਿਰ ਉਸ ਤੋਂ ਬਾਅਦ ਸ਼੍ਰੀਮਾਨ ਪਰਮ ਪੂਜਨੀਕ ਪਰਮ ਵੀਤਰਾਗ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਕਰਮ ਸਿੰਘ ਮਹਾਰਾਜ ਜੀ ਹੋਤੀ ਮਰਦਾਨ ਵਾਲੇ ਜਦੋਂ ਤਿੰਨਾਂ ਦੇ ਨਾਲ ਮਿਲਾਪ ਹੋਇਆ ਉਸ ਸਮੇਂ ਫਿਰ ਮਹਾਂਪੁਰਖਾਂ ਨੂੰ ਉਹਨਾਂ ਨੇ ਬਖਸ਼ਿਸ਼ਾਂ ਕੀਤੀਆਂ। ਉਸ ਤੋਂ ਉਪਰੰਤ ਮਹਾਂਪੁਰਖ ਇੱਥੇ ਆ ਗਏ ਕਿਉਂਕਿ ਇੱਕ ਵਾਰ ਦਾ ਵਾਕਿਆ ਹੁੰਦਾ ਕਿਉਂਕਿ ਸੰਤ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਫੌਜ ਦੀ ਨੌਕਰੀ ਕਰਦੇ ਸੀ। ਕਿਉਂਕਿ ਪਿਛਲੇ ਸਾਰੇ ਮਹਾਂਪੁਰਖਾਂ ਨੇ ਫੌਜ ਦੀ ਨੌਕਰੀ ਕੀਤੀਆਂ ਕਿਉਂਕਿ ਇਹ ਉੱਚੀ ਸੁੱਚੀ ਨੌਕਰੀ ਜਾਣੀ ਜਾਂਦੀ ਸੀ ਕਿ ਪਰਮੇਸ਼ਰ ਦੀ ਰਜ਼ਾ ਦੇ ਵਿੱਚ ਰਹਿਣਾ ਤੇ ਆਪਣੇ ਦੇਸ਼ ਦੀ ਸੇਵਾ। ਤੇ ਇਸ ਕਰਕੇ ਮਹਾਂਪੁਰਖਾਂ ਨੇ ਫੌਜ ਦੀ ਨੌਕਰੀ ਨੂੰ ਚੁਣਿਆ ਤੇ ਜਦੋਂ ਫੌਜ ਦੇ ਵਿੱਚ ਸੀ ਉੱਥੋਂ ਮਿਲਾਪ ਹੋਇਆ ਸ਼੍ਰੀਮਾਨ ਪਰਮ ਪੂਜਨੀਕ ਬਾਬਾ ਕਰਮ ਸਿੰਘ ਜੀ ਮਹਾਰਾਜ ਜੀ ਹੋਤੀ ਮਰਦਾਨ ਵਾਲਿਆਂ ਨਾਲ ਤੇ ਇਹਨਾਂ ਦੇ ਗੁਰ ਭਾਈ ਹੋਏ ਨੇ ਸੰਤ ਬਾਬਾ ਆਇਆ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲੇ, ਸੰਤ ਬਾਬਾ ਅਤਰ ਸਿੰਘ ਸਾਹਿਬ ਜੀ ਰੇਰੂ ਸਾਹਿਬ ਵਾਲੇ, ਜਿਨ੍ਹਾਂ ਤੋਂ ਸੰਪਰਦਾਇ ਚੱਲੀ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਰਾੜਾ ਸਾਹਿਬ ਤੇ ਅੱਗੇ ਰਤਵਾੜਾ ਸਾਹਿਬ। ਉਹ ਸਾਰੀ ਸੰਪਰਦਾਇ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਤੋਂ ਚੱਲੀ ਤੇ ਬਾਬਾ ਆਇਆ ਸਿੰਘ ਜੀ ਦੇ ਸ਼ਿਸ਼ ਹੋਏ ਆ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਤੇ ਇਸ ਤਰ੍ਹਾਂ ਮਹਾਂਪੁਰਖਾਂ ਦੇ ਅੱਗੇ ਸ਼ਿਸ਼ ਹੋਏ ਨੇ ਪਰਮ ਪੂਜਨੀਕ ਸੰਤ ਬਾਬਾ ਹਰੀ ਸਿੰਘ ਜੀ ਕਹਾਰਪੁਰੀਏ ਜਿਨ੍ਹਾਂ ਨੇ ਕੇਸਗੜ੍ਹ ਸਾਹਿਬ ਜੀ ਦੀ ਸੇਵਾ ਕਰਵਾਈ, ਉਸਾਰੀ ਕਰਵਾਈ ਅਤੇ ਉਹਨਾਂ ਤੋਂ ਉਪਰੰਤ ਹੋਰ ਬਾਬਾ ਬਸੰਤ ਸਿੰਘ ਜੀ ਜੋਲਾਂ ਵਾਲੇ
परम पूजनीक श्रीमान संत बाबा दलेल सिंह जी शाहबाद मारकंडा गीतराग महापुरख जन्म स्थान पिंड टूटो मियारा ਅਤੇ ਹੋਰ ਬੇਅੰਤ ਮਹਾਂਪੁਰਖ ਬਾਬਾ ਹਰੀ ਸਿੰਘ ਜੀ ਸੁਖਈ, ਫਿਰ ਬਾਬਾ ਚੰਨਣ ਸਿੰਘ ਜੀ ਗ੍ਰੰਥੀ ਜੀ, ਬਾਬਾ ਚੰਨਣ ਸਿੰਘ ਜੀ ਨੌਲੀ, ਬਾਬਾ ਰਤਨ ਸਿੰਘ ਜੀ ਟੂਟੋ ਮਿਆਰਾ, ਬਾਬਾ ਰਤਨ ਸਿੰਘ ਜੀ ਡੋਮ ਸਾਹਿਬ ਅਤੇ ਬਾਬਾ ਉਜਾਗਰ ਸਿੰਘ ਜੀ ਤੇ ਹੋਰ ਅਨੇਕਾਂ ਮਹਾਂਪੁਰਖ ਇਹਨਾਂ ਤੋਂ ਵਰਸਾਏ ਹੋਏ, ਬਾਬਾ ਪਾਲ ਸਿੰਘ ਜੀ ਸਿੰਘਪੁਰ ਵਾਲੇ, ਪੰਡਿਤ ਮੁਨੀ ਰਾਮ ਜੀ ਹੋਰ ਬਸੀ ਤੋਂ। ਐਵੇਂ ਮਹਾਂਪੁਰਖਾਂ ਨੇ ਜਦੋਂ ਫੌਜ ਦੇ ਵਿੱਚ ਰਹਿੰਦਿਆਂ ਹੋਇਆਂ ਜਦੋਂ ਉਹਨਾਂ ਨੇ ਆਪਣੀ ਫੌਜ ਦੀ ਨੌਕਰੀ ਛੱਡੀ, ਅਕਾਲ ਪੁਰਖ ਵੱਲ ਜੁੜੇ, ਫੌਜ ਦੇ ਵਿੱਚ ਰਹਿੰਦਿਆਂ ਹੋਇਆਂ ਲਗਨ ਤੇ ਲੱਗੀ ਹੋਈ ਸੀ। ਪਰ ਉਸ ਸਮੇਂ ਹੋਇਆ ਕਿ ਇੱਕ ਦਿਨ ਬੰਦਗੀ ਦੇ ਵਿੱਚ ਜੁੜ ਕਰਕੇ ਬੈਠੇ ਸਨ ਮਹਾਂਪੁਰਖ, ਵੱਡੇ ਮਹਾਂਪੁਰਖ ਸੰਤ ਬਾਬਾ ਹਰਨਾਮ ਸਿੰਘ ਜੀ ਮਹਾਰਾਜ, ਤੇ ਜੁੜੇ ਹੋਏ ਸੀ ਤੇ ਪਤਾ ਨਹੀਂ ਲੱਗਾ, ਬੰਦਗੀ ਦੇ ਵਿੱਚ ਲਿਵ ਲੱਗੀ ਹੋਈ ਸੀ ਕਿ ਪਤਾ ਨਹੀਂ ਹਾਜ਼ਰੀ ਦਾ ਟਾਈਮ ਹੋਇਆ, ਉੱਥੇ ਡਿਊਟੀ ਦਾ ਟਾਈਮ ਹੋਇਆ, ਮਹਾਂਪੁਰਖ ਆਪ ਗਏ ਨਾ ਤੇ ਪਰਮੇਸ਼ਰ ਨੇ ਆਪ ਹੀ ਹਾਜ਼ਰੀ ਲਾਤੀ, ਆਪ ਹੀ ਪਰਮੇਸ਼ਰ ਹਾਜ਼ਰ ਹੋ ਕੇ ਡਿਊਟੀ ਕਰੀ ਉਹਨੇ। ਪਰ ਜਦੋਂ ਉਹਨਾਂ ਦਾ ਸਮਾਧੀ ਤੋਂ ਉਚਾਟ ਹੋਏ ਤੇ ਪਰ ਜਾ ਕੇ ਜਦੋਂ ਦੇਖਿਆ ਤੇ ਅਟੈਂਡੈਂਸ ਲੱਗੀ ਹੋਈ ਸੀ, ਫਿਰ ਮਹਾਂਪੁਰਖਾਂ ਨੇ ਕਿਹਾ ਵੀ ਹੁਣ ਅਸੀਂ ਦੁਨਿਆਵੀ ਨੌਕਰੀ ਨਹੀਂ ਕਰਨੀ, ਹੁਣ ਅਸੀਂ ਨੌਕਰੀ ਕਰਾਂਗੇ ਤੇ ਸਿਰਫ ਸੱਚੇ ਅਕਾਲ ਪੁਰਖ ਵਾਹਿਗੁਰੂ ਦੀ ਨੌਕਰੀ ਕਰਾਂਗੇ, ਉਹਦੀ ਨੌਕਰੀ ਹੀ ਕਰਾਂਗੇ। ਤੇ ਇਹ ਸਥਾਨ ਇਹ ਜਿਹੜਾ ਹੈ ਜੀ ਉਹ ਕਿਸ ਤਰ੍ਹਾਂ ਮਤਲਬ ਕਿ ਮਹਾਰਾਜ ਨੇ ਆਪ ਇੱਥੇ ਪ੍ਰਗਟ ਕੀਤਾ ਜੀ, ਕਿਦਾਂ ਕਿਸ ਤਰ੍ਹਾਂ ਗੱਲ ਹੈ? ਇਹ ਮਹਾਂਪੁਰਖਾਂ ਦੀ ਭੂਆ ਜੀ ਦਾ ਨਗਰ ਸੀ, ਜਿਆਣ ਨਗਰ ਮਹਾਂਪੁਰਖਾਂ ਦੀ ਭੂਆ ਜੀ ਦਾ ਨਗਰ ਸੀ ਤੇ ਮਹਾਂਪੁਰਖਾਂ ਦੀ ਭੂਆ ਜੀ ਦੇ ਖੇਤ ਇੱਥੇ ਲੱਗ ਗਈ ਆ। ਜਿਹੜਾ ਸੰਤ ਬਾਬਾ ਹਰੀ ਸਿੰਘ ਜੀ ਕਹਾਰਪੁਰੀਏ ਸੀਗੇ, ਉਹਨਾਂ ਦਾ ਜਨਮ ਸਥਾਨ ਪਿੰਡ ਜਿਆਣ ਹੈ। ਅੱਛਾ ਜੀ। ਉਹ ਕਹਾਰਪੁਰ ਰਹੇ ਆ ਪਰ ਉਹਨਾਂ ਦਾ ਜਨਮ ਨਗਰ ਜਿਹੜਾ ਉਹ ਜਿਆਣ ਤੇ ਇਹਨਾਂ ਦੇ ਭੂਆ ਜੀ ਕੋਲੇ ਇਹ ਆ ਗਏ ਆਪਣੇ ਨੰਗਲ ਤੋਂ, ਛੋਟੇ ਨੰਗਲ ਤੋਂ, ਤੇ ਇਹ ਕਹਿੰਦੇ ਵੀ ਮੈਂ ਇੱਥੇ ਰਹਿਣਾ ਬਾਰ-ਬਾਰ। ਤੇ ਪਹਿਲਾਂ ਇੱਥੇ ਬਲਾਕੀ ਦਾ ਟੋਬਾ ਹੁੰਦਾ ਸੀ ਜਿੱਥੇ ਮਹਾਂਪੁਰਖਾਂ ਦਾ ਪਾਵਨ ਪਵਿੱਤਰ ਤਪ ਸਥਾਨ ਆ, ਇੱਥੇ ਬਲਾਕੀ ਦਾ ਟੋਬਾ ਹੋਇਆ ਕਰਦਾ ਸੀ ਜਿੱਥੇ ਕਿ ਬਹੁਤ ਜੰਗਲ ਬਿਆਬਾਨ ਕਰੀੜਾ ਵਗੈਰਾ ਸੀਗਾ ਸਾਰਾ ਕੁਝ। ਤੇ ਉਹਨਾਂ ਨੂੰ ਐਡੀਆਂ ਸੂਲਾਂ ਵਗੈਰਾ ਹੁੰਦੀਆਂ, ਹੋਰ ਵੀ ਇੱਥੇ ਬਹੁਤ ਜੜੀਆਂ ਬੂਟੀਆਂ ਜਿਹੜੀਆਂ ਵਾਲੇ ਜੰਗਲੀ ਏਰੀਆ ਹੀ ਸੀਗਾ। ਤੇ ਉਹ ਬਲਾਕੀ ਦੇ ਟੋਬੇ ਤੋਂ ਸਾਰਿਆਂ ਨੂੰ ਭੈ ਆਉਂਦਾ ਹੁੰਦਾ ਸੀ, ਦਿਨੇ ਵੀ ਇੱਥੇ ਕੋਈ ਨਹੀਂ ਸੀ ਆ ਕੇ ਖੜਦਾ। ਤੇ ਉਸ ਸਮੇਂ ਮਹਾਂਪੁਰਖਾਂ ਨੇ ਇੱਥੇ ਆ ਕੇ ਟੋਬੇ ਦੇ ਕੋਲੇ ਆ ਕੇ ਕਿਹਾ ਵੀ ਇੱਥੇ ਅਸਥਾਨ ਸਾਡਾ ਆ। ਉਹ ਜਿਹੜਾ ਖੇਤ ਸੀ ਉਹ ਮੰਨੇ ਨਾ ਕਿ ਇਹ ਸਾਡਾ, ਇਹ ਤੁਹਾਡਾ ਆ। ਉਹ ਕਹਿੰਦਾ ਜੀ ਇਹ ਤੁਹਾਡਾ ਨਹੀਂ, ਇਹ ਮੇਰਾ ਖੇਤ ਆ। ਮਹਾਂਪੁਰਖ ਕਹਿੰਦੇ ਜੀ ਨਹੀਂ, ਇਹ ਸਾਡਾ ਆ, ਕਿ ਇਹ ਸਾਡੇ ਪਿਛਲੇ ਯੁੱਗਾਂ ਦਾ ਜਿਹੜਾ ਹੈਗਾ 4 ਯੁੱਗਾਂ ਦਾ ਆ ਤਪ ਸਥਾਨ ਆ। ਫਿਰ ਮਹਾਂਪੁਰਖਾਂ ਨੇ ਇੱਥੇ ਜਦੋਂ ਖੁਦਾਈ ਹੋਈ ਫਿਰ ਉਹਨਾਂ ਨੇ ਕੀਤਾ, ਫਿਰ ਚਮਟੇ ਪਊਏ ਧੂਣਾ ਪ੍ਰਗਟ ਹੋਇਆ ਉਸ ਸਮੇਂ। ਉਸ ਤੋਂ ਬਾਅਦ ਫਿਰ ਸੰਗਤਾਂ ਨੇ ਇੱਥੇ ਪਹਿਲਾਂ ਮਹਾਂਪੁਰਖਾਂ ਨੂੰ ਕੁਟੀਆ ਬਣਾਤੀ ਸੀ ਜਿਹੜੀ ਕਿ ਕੱਖਾਂ ਦੀ ਕੁਟੀਆ, ਮਹਾਂਪੁਰਖ ਕੱਖਾਂ ਦੀ ਕੁਟੀਆ ਦੇ ਵਿੱਚ, ਤਾਂ ਇਹਦਾ ਨਾਮ ਹੁਣ ਚੱਲ ਰਿਹਾ ਜੀ ਕੁਟੀਆ ਵਾਲੇ ਦਾ। ਹਾਂਜੀ ਡੇਰਾ ਅੰਗੀਠਾ ਸਾਹਿਬ ਨਿਰਮਲ ਕੁਟੀਆ, ਕਿਉਂਕਿ ਨਿਰਮਲੇ ਮਹਾਂਪੁਰਖਾਂ ਦਾ ਸਥਾਨ ਹੈ। ਨਿਰਮਲ ਸੰਪਰਦਾਇ ਜਿਹੜੀ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਬਖਸ਼ਿਸ਼ ਹੋਈ ਹੈ, ਸਾਰੀ ਨਿਰਮਲ ਸੰਪਰਦਾਇ ਜਿਹੜੇ ਮਹਾਂਪੁਰਖਾਂ ਨੂੰ ਭੇਜਿਆ ਪੌਂਟਾ ਸਾਹਿਬ ਤੋਂ ਪੜ੍ਹਨ ਵਾਸਤੇ, ਉਤੋਂ ਨਾਦੀ ਬੰਸਾਵਲੀ ਦੇ ਵਿੱਚ ਇਹ ਸਥਾਨ ਮੋਤੀ ਮਰਦਾਨ ਸੰਪਰਦਾਇ। ਕੁਝ ਅੰਦਰ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੈ ਜੀ, ਉੱਥੇ ਕਾਫੀ ਕੁਝ ਜਿਵੇਂ ਬਰਤਨ ਪਏ ਆ ਤੇ ਕੁਝ ਸ਼ਾਸਤਰ ਵੀ ਪਏ ਆ, ਉਹ ਇੱਥੇ ਇਹਦੀ ਖੁਦਾਈ ਵਿੱਚੋਂ ਨਿਕਲੇ ਹੋਏ? ਨਹੀਂ ਜੀ ਨਹੀਂ, ਉਹ ਖੁਦਾਈ ਵਿੱਚੋਂ ਨਹੀਂ, ਉਹ ਮਹਾਂਪੁਰਖਾਂ ਦੇ ਆਪ ਦੇ। ਹਾਂਜੀ, ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਮਹਾਰਾਜ ਜੀ ਦੇ ਆਪ ਜੀ ਦੇ ਸ਼ਸਤਰ ਬਸਤਰ ਆ ਉਹਨਾਂ ਦੇ, ਕਿਉਂਕਿ ਇੱਧਰ ਮਹਾਂਪੁਰਖਾਂ ਦੇ ਤਪ ਸਥਾਨ ਦੀ ਸੇਵਾ ਚੱਲ ਰਹੀ ਸੀ, ਇਸ ਕਾਰਨ ਸੇ ਉਹਨਾਂ ਨੂੰ ਦਰਬਾਰ ਸਾਹਿਬ ਦੇ ਅੰਦਰ ਰੱਖਿਆ, ਸੁਸ਼ੋਭਿਤ ਕੀਤਾ ਹੋਇਆ। ਤੇ ਬਾਕੀ ਮਨੋਕਾਮਨਾਵਾਂ ਜਿਹੜੀਆਂ ਆ ਉਹ ਸੰਗਤਾਂ ਦੀਆਂ ਪੂਰਨ ਹੁੰਦੀਆਂ। ਜਿਵੇਂ ਅੰਦਰ ਦੇਖਿਆ ਅਸੀਂ ਮਹਾਰਾਜ ਪ੍ਰਕਾਸ਼ ਤੇ ਅੱਗੇ ਜਹਾਜ਼ ਵਗੈਰਾ ਕੁਝ ਚੜਾਏ ਹੋਏ ਆ, ਹੈਨਾ ਜੀ, ਉਹਨਾਂ ਦਾ ਵੀ ਥੋੜਾ ਜਿਹਾ ਦੱਸੋ ਵੀ। ਉਹ ਤਾਂ ਸੰਗਤ ਦੀ ਭਾਵਨਾ ਸ਼ਰਧਾ ਹੈ, ਜਿਸ ਤਰ੍ਹਾਂ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਸੰਗਤਾਂ ਅਰਦਾਸਾਂ ਬੇਨਤੀਆਂ ਕਰਦੀਆਂ ਕਿ ਮਹਾਰਾਜ ਜੀ ਤੁਸੀਂ ਕਿਰਪਾ ਕਰੋ। ਜਿਨ੍ਹਾਂ ਦੇ ਕਾਰਜ ਨਹੀਂ ਹੁੰਦੇ ਤੇ ਉਹਨਾਂ ਦੇ ਕਾਰਜ ਸਿੱਧ ਹੁੰਦੇ, ਤੇ ਉਹ ਫਿਰ ਆਪਣੇ ਮਨ ਦੀ ਭਾਵਨਾ ਪੂਰੀ ਕਰਦੇ ਹੋਏ ਉਹ ਸਾਰਾ ਆਪਣੇ ਮਨ ਨੂੰ ਸੰਤੁਸ਼ਟੀ ਦੇਣ ਲਈ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਪਿਤ ਕਰਦੇ ਨੇ। ਤੇ ਮਹਾਂਪੁਰਖ ਬੜੇ ਯੋਧੇ ਹੋਏ ਨੇ, ਜੁਝਾਰੂ ਹੋਏ ਨੇ। ਜੈਤੋਂ ਦਾ ਮੋਰਚਾ ਜਿੱਤ ਕੇ ਮਹਾਂਪੁਰਖਾਂ ਨੇ ਫਿਰ 2 ਸਾਲਾਂ ਬਾਅਦ ਤਵੇ ਦਾ ਪੱਕਿਆ ਅੰਨ ਜਲ ਛਕਿਆ, ਫਿਰ ਤਵੇ ਦੇ ਪੱਕੇ ਪ੍ਰਸ਼ਾਦੇ ਨੂੰ ਹੱਥ ਲਾਇਆ।
ਨਹੀਂ ਤਾਂ ਮਹਾਂਪੁਰਖਾਂ ਜਿੰਨਾ ਸਮਾਂ ਜੈਤੋ ਦਾ ਮੋਰਚਾ ਚੱਲਦਾ ਰਿਹਾ ਉਹਨਾਂ ਨੇ ਅੰਨਦਾਨ ਨਹੀਂ ਛਕਿਆ। ਹਾਂਜੀ, ਉੱਥੇ ਜੈਤੋ ਦੇ ਮੋਰਚੇ ਦੇ ਵਿੱਚ ਮਹਾਂਪੁਰਖ ਜਥੇ ਦੀ ਅਗਵਾਈ ਕਰਦੇ ਹੋਏ ਗਏ ਸੀ। ਜਦੋਂ ਗੋਇੰਦਵਾਲ ਸਾਹਿਬ ਤੋਂ ਫਿਰ ਇਹਨਾਂ ਜਥਿਆਂ ਦੇ ਵਿੱਚ ਜਿਹੜੇ ਗਏ ਸੀ ਉਹਨਾਂ ਨੂੰ ਮਾਨ ਪੱਤਰ ਦਿੱਤੇ ਸੀ ਤੇ ਸ੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਨੂੰ ਜਥੇ ਦੇ ਵਿੱਚ ਵੀ ਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਸੀ ਕਿ ਮਹਾਂਪੁਰਖ ਹੁੰਦੇ ਹੋਏ ਵੀ ਸਾਰਾ ਫਿਰ ਵੀ ਜੈਤੋ ਦੇ ਮੋਰਚੇ ਦੇ ਵਿੱਚ ਜਥੇ ਲੈ ਕੇ ਗਏ ਆ। ਜਿਸ ਸਮੇਂ ਹਜੇ ਕੇਸਗੜ੍ਹ ਸਾਹਿਬ ਮਹੰਤਾਂ ਦੇ ਕੋਲ ਸੀ ਉਸ ਸਮੇਂ ਖਾਲਸਾ ਪੰਥ ਕੋਲ ਨਹੀਂ ਸੀ ਇਹਦਾ ਅਧਿਕਾਰ ਆਇਆ। ਉਸ ਸਮੇਂ ਵੀ ਮਹਾਂਪੁਰਖਾਂ ਨੇ ਹੋਰ ਸਿੰਘਾਂ ਦੇ ਜਥੇ ਬਣਾ ਕੇ ਇਕੱਤਰ ਕਰਕੇ ਜਿਹੜੇ ਅਸੀਂ ਚਾਬੀਆਂ ਮਹੰਤਾਂ ਕੋਲੋਂ ਲੈ ਕੇ ਜਿਹੜੀਆਂ ਮੁਇਲੇ ਦੇ ਸੀਗੇ ਭਾਈ ਸਾਹਿਬ ਹੁਣੀ ਉਹਨਾਂ ਸਾਰਿਆਂ ਨੂੰ ਅਰਪਿਤ ਕੀਤੀਆਂ ਪੁਰਾਤਨ ਸਮੇਂ ਦੇ ਵਿੱਚ 7 ਵਜੇ ਨਾਲ। ਸੋ ਇਸ ਮੌਜੂਦਾ ਗੱਦੀ ਤੇ ਮਹਾਂਪੁਰਸ਼ ਜਿਹੜੇ ਹੈਗੇ ਉਹਨਾਂ ਦੀ ਇਹ ਬੇਟੀ ਸਾਹਿਬ ਹੈਗੇ ਆ, ਇਹਨਾਂ ਨੇ ਬਾਬਾ ਹਰਨਾਮ ਸਿੰਘ ਜੀ ਦਾ ਜਿਹੜਾ ਇਤਿਹਾਸ ਆ ਬਹੁਤ ਹੀ ਵਿਸਤਾਰਪੂਰਵਕ ਸੰਗਤਾਂ ਨੂੰ ਦੱਸਿਆ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ।